हेलो दोस्तों। ਅੱਜ ਦੀ ਵੀਡੀਓ ਮੈਂ ਇੰਡੀਅਨ ਕਨਸਟੀਟਿਊਸ਼ਨ ਉੱਪਰ ਬਣਾ ਰਿਹਾ ਤੇ ਇਸ ਤੋਂ ਪਹਿਲਾਂ ਵੀ ਮੈंने ਵੀਡੀਓ ਪੰਜਾਬ ਜੀਕੇ ਉਸ ਤੋਂ ਬਾਅਦ ਮੈंने ਇੰਡੀਅਨ ਜੀਓਗ੍ਰਾਫੀ ਤੇ ਫੰਡਾਮੈਂਟਲ ਰਾਈਟਸ ਤੇ ਕੁਝ ਕੁਆਂਟੀਟੇਟਿਵ ਐਬਿਲਿਟੀਜ਼ ਦੀ ਵੀ ਵੀਡੀਓ ਬਣਾ ਕੇ ਅਪਲੋਡ ਕਰ ਦਿੱਤੀਆਂ ਗਈਆਂ ਨੇ ਤੇ ਉਹ ਬਹੁਤ ਹੀ ਕ੍ਰਿਸਪ ਵੀਡੀਓ ਨੇ। ਠੀਕ ਹੈ, ਘੱਟ ਤੋਂ ਘੱਟ ਟਾਈਮ ਵਿੱਚ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮੈਨੂੰ ਲੱਗਦਾ ਹੈ ਕਿ ਇੱਕ ਵੀਡੀਓ ਹੀ ਆਪਣੇ ਆਪ 'ਚ ਤੁਹਾਡੇ ਲਈ ਸਫੀਸ਼ੀਐਂਟ ਹੈ ਐਗਜ਼ਾਮ ਪੁਆਇੰਟ ਆਫ ਵਿਊ ਲਈ। ਠੀਕ ਹੈ, ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਕੰਟੈਂਟ ਹੈ ਜਿਹੜਾ ਉਹ ਸਾਰਾ ਇੱਕ ਜਗ੍ਹਾ ਤੇ ਸਮਰਾਈਜ਼ ਕਰਕੇ ਤੁਹਾਨੂੰ ਦੱਸਿਆ ਜਾਵੇ। ਚਲੋ ਅੱਜ ਦਾ ਵੀਡੀਓ ਸਟਾਰਟ ਕਰਦੇ ਹਾਂ। ਉਸ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਤੱਕ ਮੈਂ ਟਾਈਮ ਤੇ ਪਹੁੰਚਾ ਸਕਾਂ। ਜਿਹੜੀ ਅੱਜ ਦੀ ਵੀਡੀਓ ਹੈ ਉਸ 'ਚ ਕਨਸਟੀਟਿਊਸ਼ਨ ਦਾ ਜਿਹੜਾ ਸੋਲ ਹੈ ਉਹ ਪ੍ਰੈਂਬਲ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਸਿੱਧਾ ਕੁਐਸਚਨ ਦੱਸ ਰਿਹਾ ਤੁਹਾਨੂੰ ਕੀ ਬਣਦੇ ਨੇ। ਠੀਕ ਹੈ ਜੀ, ਪ੍ਰੈਂਬਲ ਕੀ ਹੈ? ਜਿਹੜਾ ਇੱਕ ਸੋਲ ਹੈ ਕਨਸਟੀਟਿਊਸ਼ਨ ਦਾ। ਜਿਵੇਂ ਆਪਾਂ ਕਹਿ ਦਿੰਦੇ ਆ ਐਸੇ ਹੈ ਬਹੁਤ ਵੱਡਾ, ਠੀਕ ਹੈ, ਬੁੱਕ ਹੈ ਬਹੁਤ ਵੱਡੀ। ਠੀਕ ਹੈ, ਬੁੱਕ ਦਾ ਇੱਕ ਸਾਰ ਕੀ ਹੈ? ਐਂ ਕਨਸਟੀਟਿਊਸ਼ਨ ਕੀ ਹੈ? ਬਹੁਤ ਵੱਡੀ ਬੁੱਕ ਹੈ, ਉਹਦਾ ਸਾਰ ਕੀ ਹੈ? ਪ੍ਰੈਂਬਲ ਹੈ। ਠੀਕ ਹੈ ਜੀ, ਉਹ 'ਚ ਹੁਣ ਕੁਐਸਚਨ ਕੀ ਬਣਦੇ ਨੇ ਤੁਸੀਂ ਇਹ ਇੱਕ ਵਾਰ ਪੂਰਾ ਪੜ੍ਹ ਲਓ ਪ੍ਰੈਂਬਲ, ਕਿਉਂਕਿ ਇਹ 'ਚ ਬਹੁਤ ਕੁਐਸਚਨ ਬਣਦੇ ਨੇ, ਘੁਮਾ ਫਿਰਾ ਕੇ ਆਉਂਦੇ ਨੇ। ਸਭ ਤੋਂ ਪਹਿਲਾ ਕੁਐਸਚਨ ਕੀ ਆਉਂਦਾ ਕਿ ਵੀ ਦਾ ਮਤਲਬ ਕੀ ਹੈ ਪ੍ਰੈਂਬਲ 'ਚ? ਵੀ ਦਾ ਮਤਲਬ ਹੈ, ਦੇਖੋ ਅਗਲੀ ਲਾਈਨ 'ਚ ਲਿਖਿਆ ਹੋਇਆ ਦਾ ਪੀਪਲ ਆਫ ਇੰਡੀਆ, ਮਤਲਬ ਅਸੀਂ ਦਾ ਮਤਲਬ ਕੀ ਹੈ? ਇੰਡੀਆ ਦੇ ਲੋਕ। ਠੀਕ ਹੈ ਜੀ। ਦੂਜਾ ਕੁਐਸਚਨ ਬਣਦਾ ਹੈ ਵੀ ਜਿਹੜਾ ਪ੍ਰੈਂਬਲ 'ਚ ਸੋਵਰਨ, ਸੋਸ਼ਲਿਸਟਿਕ, ਸੈਕੂਲਰ, ਡੈਮੋਕ੍ਰੈਟਿਕ ਤੇ ਰਿਪਬਲਿਕ ਦੀ ਗੱਲ ਕੀਤੀ ਗਈ ਹੈ। ਠੀਕ ਹੈ ਜੀ, ਤਾਂ ਤੁਸੀਂ ਇਹ ਪੰਜੇ ਯਾਦ ਰੱਖਣੇ ਨੇ, ਸੀਕੁਐਂਸ ਵਾਈਜ਼ ਯਾਦ ਰੱਖਣੇ ਨੇ। ਠੀਕ ਹੈ, ਤਾਂ ਕਰਕੇ ਤੁਹਾਨੂੰ ਮਤਲਬ ਐਗਜ਼ਾਮ 'ਚ ਇਹਨੂੰ ਰੋਟੇਟ ਕੀਤਾ ਜਾ ਸਕਦਾ ਜਾਂ ਫਿਰ ਇਹ 'ਚ ਇੱਕ ਅੱਧੀ ਟਰਮ ਮਿਸ ਹੋ ਸਕਦੀ ਹੈ, ਤਾਂ ਇਹਨੂੰ ਤੁਸੀਂ ਯਾਦ ਰੱਖਣਾ। ਠੀਕ ਹੈ, ਉਸ ਤੋਂ ਬਾਅਦ ਪ੍ਰੈਂਬਲ 'ਚ ਜਸਟਿਸ ਦੀ ਗੱਲ ਕੀਤੀ ਗਈ ਹੈ, ਲਿਬਰਟੀ ਦੀ ਗੱਲ ਕੀਤੀ ਗਈ ਹੈ, ਇਕੁਐਲਿਟੀ ਦੀ ਗੱਲ ਕੀਤੀ ਗਈ ਹੈ ਤੇ ਫਰੈਟਰਨਿਟੀ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣੀਆਂ ਨੇ ਵੀ ਇਹ ਵੀ ਜਸਟਿਸ, ਲਿਬਰਟੀ, ਇਕੁਐਲਿਟੀ ਤੇ ਫਰੈਟਰਨਿਟੀ ਦੀ ਗੱਲ ਕੀਤੀ ਗਈ ਹੈ। ਤੇ ਉਸ ਤੋਂ ਬਾਅਦ ਜਿਹੜਾ ਕੁਐਸਚਨ ਬਣਦਾ ਉਹ ਕੁਐਸਚਨ ਬਣਦਾ ਕਿ ਜਿਹੜੀ ਕਨਸਟੀਟਿਊਐਂਟ ਅਸੈਂਬਲੀ ਸੀਗੀ, ਕਨਸਟੀਟਿਊਐਂਟ ਅਸੈਂਬਲੀ ਨੇ ਕੀ ਕੀਤਾ ਸੀਗਾ? ਜਿਹੜਾ ਕਨਸਟੀਟਿਊਸ਼ਨ ਸੀਗਾ ਉਹਦੇ ਰਿਲੇਟਡ ਕੰਮ ਕੀਤਾ ਸੀਗਾ ਤੇ ਉਹਨੇ ਕਦੋਂ ਕਨਸਟੀਟਿਊਸ਼ਨ ਨੂੰ ਅਡਾਪਟ ਤੇ ਇਨੈਕਟ ਕੀਤਾ? ਦੇਖੋ ਹੇਅਰ ਬਾਏ ਅਡਾਪਟ ਐਂਡ ਇਨੈਕਟ, ਤਾਂ ਇਹੀ ਵਰਡ ਲਿਖਿਆ ਹੁੰਦਾ ਕੁਐਸਚਨ, ਜਿਹੜਾ ਕੁਐਸਚਨ ਆਉਂਦਾ ਤਾਂ ਉਹ 26 ਨਵੰਬਰ 1949 ਵਿੱਚ ਉਹਨਾਂ ਨੇ ਇਹਨੂੰ ਅਡਾਪਟ ਤੇ ਇਨੈਕਟ ਕੀਤਾ ਸੀਗਾ। ਠੀਕ ਹੈ, ਇਹ ਕੁਐਸਚਨ ਬਣਦੇ ਨੇ। ਇਸ ਤੋਂ ਬਾਹਰ ਕੋਈ ਕੁਐਸਚਨ ਨਹੀਂ ਮੈਨੂੰ ਲੱਗ ਰਿਹਾ ਵੀ ਕੋਈ ਆਊਗਾ, ਇਹੀ ਕੁਐਸਚਨ ਆਣਗੇ। ਚਲੋ ਨੈਕਸਟ ਹੈ ਸ਼ਡਿਊਲਸ ਆਫ ਕਨਸਟੀਟਿਊਸ਼ਨ। ਦੇਖੋ ਕਨਸਟੀਟਿਊਸ਼ਨ ਕੀ ਹੈ ਕਿ ਇੱਕ ਬਹੁਤ ਵੱਡੀ ਕਿਤਾਬ ਹੈ। ਠੀਕ ਹੈ, ਉਹਦੇ ਅੰਦਰ 12 ਸ਼ਡਿਊਲ ਨੇ। ਪਹਿਲਾ ਕੁਐਸਚਨ ਕੀ ਬਣਦਾ? 12 ਸ਼ਡਿਊਲ ਨੇ। ਕਿੰਨੇ ਸ਼ਡਿਊਲ ਨੇ? 12। ਠੀਕ ਹੈ ਜੀ, ਉਹਨੂੰ ਯਾਦ ਕਰਨ ਦਾ ਟ੍ਰਿਕ ਮੈਂ ਤੁਹਾਨੂੰ ਦੱਸ ਰਿਹਾ, ਟੀਅਰਸ ਆਫ ਵਰਲਡ ਪੀਐਮ। ਠੀਕ ਹੈ, ਉਹਨੂੰ ਲਿਖ ਲਓ ਤੁਸੀਂ। ਤਾਂ ਟੀ ਦਾ ਮਤਲਬ ਕੀ ਹੈ? ਟੈਰੀਟਰੀਜ਼ ਐਂਡ ਸਟੇਟ ਦੀਆਂ ਜਿਹੜੀਆਂ ਬਾਉਂਡਰੀਆਂ ਨੇ। ਈ ਕੀ ਹੈ? ਐਮੋਲਮੈਂਟਸ, ਜਿਹੜੇ ਪਾਰਲੀਮੈਂਟ 'ਚ ਬੰਦੇ ਨੇ ਉਹਨਾਂ ਦੀਆਂ ਸੈਲਰੀ ਪਰਕਸ ਬਾਰੇ ਗੱਲ ਕਰਦਾ। ਇਹ ਕੀ ਹੈ? ਉਹਨਾਂ ਦੀ ਓਥ ਬਾਰੇ, ਅਫਰਮੇਸ਼ਨਸ ਬਾਰੇ ਗੱਲ ਕਰਦਾ। ਆਰ ਕੀ ਹੈ? ਰਾਜ ਸਭਾ ਦੀ ਸੀਟ ਦੀ ਐਲੋਕੇਸ਼ਨ ਬਾਰੇ ਗੱਲ ਕਰਦਾ। ਐਸ ਕੀ ਹੈ? ਸ਼ਡਿਊਲਡ ਏਰੀਆ ਬਾਰੇ ਗੱਲ ਕਰਦਾ। ਉਹ ਅਦਰ ਟਰਾਈਬਲ ਏਰੀਆਸ 'ਚ ਗੱਲ ਕਰਦਾ ਹੈ। ਫੈਡਰਲ ਲਿਸਟ ਬਾਰੇ ਗੱਲ ਕਰਦਾ। ਫੈਡਰਲ ਗੌਰਮੈਂਟ ਜਿਹੜੀ ਹੁੰਦੀ ਹੈ, ਜਿਵੇਂ ਕਿ ਕੈਨੇਡਾ 'ਚ ਫੈਡਰਲ, ਜਿਹੜਾ ਆਪਾਂ ਫੈਡਰਲ ਸਟਰਕਚਰ ਲਿਆ ਉਹ ਕੈਨੇਡਾ ਤੋਂ ਲਿਆ। ਠੀਕ ਹੈ ਜੀ, ਤਾਂ ਜਿਵੇਂ ਕਿ ਸੈਂਟਰ ਹੋ ਗਿਆ, ਸਟੇਟ ਹੋ ਗਿਆ, ਤਾਂ ਇੱਦਾਂ ਦਾ ਫੈਡਰਲ ਸਟਰਕਚਰ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ, ਉਹ ਕੀ ਹੈ? ਆਫੀਸ਼ੀਅਲ ਲੈਂਗੁਏਜ ਹੈ। ਠੀਕ ਹੈ, ਤੁਹਾਨੂੰ ਕੁਐਸਚਨ ਦੱਸੂਗਾ ਕਿਹੜੇ ਕੁਐਸਚਨ ਬਣਦੇ ਨੇ। ਠੀਕ ਹੈ, ਇੱਕ ਵਾਰ ਤੁਹਾਨੂੰ ਬਰੀਫ ਕਰ ਰਿਹਾ। ਐਲ ਕੀ ਹੈ? ਲੈਂਡ ਰਿਫਾਰਮਸ। ਡੀ ਕੀ ਹੈ? ਡਿਫੈਕਸ਼ਨ। ਡਿਫੈਕਸ਼ਨ ਦਾ ਮਤਲਬ ਕੀ ਹੈ ਵੀ ਜਿਵੇਂ ਕੋਈ ਪਾਰਟੀ ਦਾ ਬੰਦਾ ਜਿੱਤ ਗਿਆ, ਬਾਅਦ 'ਚ ਦੂਜੀ ਪਾਰਟੀ ਚੇਂਜ ਕਰਦਾ, ਤਾਂ ਉਹਦੇ ਰਿਲੇਟਡ ਜਿੰਨੇ ਵੀ ਕਾਨੂੰਨ ਨੇ ਉਹ ਸਾਰੇ ਇਸ 'ਚ ਨੇ। ਪੀ ਕੀ ਹੈ? ਪੰਚਾਇਤ ਰਾਜ ਹੈ। ਐਮ ਕੀ ਹੈ? ਮਿਊਨਸਿਪੈਲਿਟੀਜ਼ ਹੈ। ਹੁਣ ਤੁਹਾਨੂੰ ਕੁਐਸਚਨ ਦੱਸ ਦਿੰਦਾ ਕਿ ਸ਼ਡਿਊਲ 'ਚੋਂ ਕਿਹੜੇ ਕਿਹੜੇ ਕੁਐਸਚਨ ਇੰਪੋਰਟੈਂਟ ਐਗਜ਼ਾਮ 'ਚੋਂ ਆਉਂਦੇ ਨੇ। ਠੀਕ ਹੈ, ਸ਼ਡਿਊਲ ਕਿੰਨੇ ਨੇ? 12 ਸ਼ਡਿਊਲ ਨੇ। ਦੂਜਾ ਕੁਐਸਚਨ ਕੀ ਬਣਦਾ? ਆਫੀਸ਼ੀਅਲ ਲੈਂਗੁਏਜ ਕਿਹੜੇ ਸ਼ਡਿਊਲ 'ਚ ਹੈ? 8ਵੇਂ ਸ਼ਡਿਊਲ 'ਚ ਹੈ। ਠੀਕ ਹੈ, ਤੁਸੀਂ ਯਾਦ ਰੱਖ ਲਿਓ, ਇਹ ਸਾਰੀ ਚੀਜ਼ਾਂ 'ਚੋਂ ਹੀ ਆਉਣਗੇ ਕੁਐਸਚਨ। ਤੇ ਇਹ ਕਿਹੜੀ ਅਮੈਂਡਮੈਂਟ ਰਾਹੀਂ ਇਹ 'ਚ ਜਿਹੜੀਆਂ 4 ਨਵੀਆਂ ਲੈਂਗੁਏਜ ਐਡ ਕੀਤੀਆਂ ਗਈਆਂ ਸੀਗੀਆਂ, ਤਾਂ ਉਹ 92 ਸੀਗੀ। 92 ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ 2003 'ਚ ਹੋਈ ਸੀਗੀ। ਤੁਸੀਂ ਯਾਦ ਰੱਖਣਾ ਕਿਹੜੀ 4 ਲੈਂਗੁਏਜ ਐਡ ਹੋਈਆਂ ਸੀਗੀਆਂ? ਬੋਧੋ, ਡੋਗਰੀ, ਮੈਥਲੀ ਤੇ ਸੈਂਥਲੀ। ਠੀਕ ਹੈ ਜੀ, ਇਹ 4 ਐਡ ਹੋਈਆਂ ਸੀਗੀਆਂ। ਤੇ ਹੁਣ ਟੋਟਲ ਕਿੰਨੀਆਂ ਹੋ ਗਈਆਂ ਲੈਂਗੁਏਜਸ? 22।
ठीक है, यही क्वेश्चन आएंगे, 3 क्वेश्चन आएंगे। ठीक है, उस तो बाद क्वेश्चन की आऊगा ਜਿਹੜਾ ਐਂਟੀ ਡਿਫੈਕਸ਼ਨ ਲਾ ਹੈ, ਡਿਫੈਕਸ਼ਨ ਬਾਰੇ ਗੱਲ ਕਰਦਾ ਹੈ 10 ਸ਼ਡਿਊਲ। ਠੀਕ ਹੈ, ਉਹ ਕਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਰਾਹੀਂ ਬਣਿਆ ਸੀਗਾ? 52nd ਅਮੈਂਡਮੈਂਟ ਐਕਟ 1985 ਵਿੱਚ ਹੋਈ ਸੀਗੀ, ਇਹ ਵੀ ਯਾਦ ਰੱਖਣਾ ਹੈ। ਤੇ ਇਸ ਸ਼ਡਿਊਲ ਵਿੱਚ ਸਭ ਤੋਂ ਇੰਪੋਰਟੈਂਟ ਯਾਰ, ਮਤਲਬ ਪੰਜਾਬ 'ਚ ਲੈ ਲਓ, ਇੰਡੀਆ 'ਚ ਲੈ ਲਓ, ਸਭ ਤੋਂ ਇੰਪੋਰਟੈਂਟ ਪੰਚਾਇਤੀ ਰਾਜ ਹੈ। ਪੰਚਾਇਤੀ ਰਾਜ ਦਾ ਮੈਂ ਤੁਹਾਨੂੰ ਥੋੜ੍ਹੀ ਜਿਹੀ ਹਿਸਟਰੀ ਦੱਸ ਦਿਆਂ ਤਾਂ ਕਿ ਤੁਸੀਂ ਰਿਲੇਟ ਕਰ ਸਕੋ। ਜਿਵੇਂ ਕਿ ਪਹਿਲਾਂ ਸੈਂਟਰ ਹੁੰਦਾ ਸੀਗਾ ਤੇ ਸਟੇਟ ਹੁੰਦਾ ਸੀਗਾ, ਤਾਂ ਉਦੋਂ ਆਵਾਜ਼ ਉਠਾਈ ਗਈ ਕਿ ਜਿਹੜੀ ਪੰਚਾਇਤ ਨੇ, ਜਿਹੜੇ ਵਿਲੇਜ 'ਚ ਜ਼ਿਆਦਾਤਰ ਲੋਕ ਤਾਂ ਵਿਲੇਜ ਵਿੱਚ ਰਹਿੰਦੇ ਨੇ, ਤਾਂ ਉਹਨਾਂ ਲਈ ਕੋਈ ਲੋਕਲ ਗੌਰਮੈਂਟ ਬਣਾਈ ਜਾਵੇ। ਤਾਂ ਕਰਕੇ ਜਿਹੜੇ ਪੰਚਾਇਤੀ ਰਾਜ ਹੈ ਉਹ ਉਸ ਟਾਈਮ ਇਸ ਤਰੀਕੇ ਨਾਲ ਕਿਹਾ ਗਿਆ ਕਿ ਉਹਨਾਂ ਨੂੰ ਪਾਵਰ ਦਿੱਤੀ ਜਾਵੇ ਕਿ ਜਿਹੜੀ ਜਿਹੜੀ ਪਿੰਡਾਂ ਦੀ ਪ੍ਰੋਬਲਮ ਹੈ ਉਹ ਉਹਨਾਂ ਦੇ ਲੈਵਲ ਤੱਕ ਹੀ ਸੋਲਵ ਹੋ ਸਕੇ। ਠੀਕ ਹੈ ਜੀ, ਤਾਂ ਹੀ ਕਰਕੇ ਗ੍ਰਾਮ ਸਭਾ ਬਣੀਆਂ। ਠੀਕ ਹੈ, ਬਲੋਕ ਲੈਵਲ 'ਤੇ ਬਣੀਆਂ, ਡਿਸਟ੍ਰਿਕਟ ਲੈਵਲ 'ਤੇ ਬਣੀਆਂ, ਤਾਂ ਕਰਕੇ ਇਹ ਮਤਲਬ ਅਮੈਂਡਮੈਂਟ ਕਰਨ ਦੀ ਜ਼ਰੂਰਤ ਪਈ। ਤਾਂ ਕੁਐਸਚਨ ਕੀ ਆਉਂਦਾ ਵੀ ਕਿਹੜੀ ਅਮੈਂਡਮੈਂਟ ਐਕਟ ਸੀਗੀ? 73rd, ਯਾਦ ਕਰ ਲਓ, ਇਹ ਬਹੁਤ ਇੰਪੋਰਟੈਂਟ ਹੈ। 73rd ਅਮੈਂਡਮੈਂਟ ਐਕਟ 1992, ਬਸ ਇਹੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਠੀਕ ਹੈ, ਤੇ ਮਿਊਨਿਸਪੈਲਿਟੀ 74th ਹੈ। ਠੀਕ ਹੈ, ਇਹ ਯਾਦ ਕਰ ਲਓ, ਇਹੀ ਕੁਐਸਚਨ ਆਉਣਗੇ। ਉਸ ਤੋਂ ਬਾਅਦ ਆਰਟੀਕਲਸ ਨੇ ਕੌਨਸਟੀਟਿਊਸ਼ਨ 'ਚ, ਦੇਖੋ ਜਿਹੜਾ ਸ਼ਡਿਊਲ ਕਿੰਨੇ ਨੇ? 12 ਨੇ। ਠੀਕ ਹੈ, ਐਦਾਂ ਹੀ ਆਰਟੀਕਲਸ ਵੀ ਨੇ ਕੌਨਸਟੀਟਿਊਸ਼ਨ ਵਿੱਚ। ਉਹਨੂੰ ਯਾਦ ਕਰਨ ਦਾ ਟ੍ਰਿਕ ਦੇਖ ਲਓ, ਯੂ ਕੈਨ ਫਲਾਈ ਡਾਇਰੈਕਟਲੀ ਫਰੋਮ US ਟੂ UP। ਠੀਕ ਹੈ, ਇੱਕ ਟ੍ਰਿਕ ਹੈ, ਤੁਸੀਂ ਆਪਣਾ ਟ੍ਰਿਕ ਵੀ ਬਣਾ ਸਕਦੇ ਹੋ। ਮੈਂ ਤੁਹਾਨੂੰ ਸਾਰੇ ਇੰਪੋਰਟੈਂਟ ਆਰਟੀਕਲਸ ਬਾਰੇ ਦੱਸੂਗਾ। ਠੀਕ ਹੈ, ਇੱਕ ਵਾਰ ਸਾਰੇ ਵੀ ਦਿਖਾਊਂਗਾ, ਫਿਰ ਉਹ ਤੋਂ ਬਾਅਦ ਇੰਪੋਰਟੈਂਟ ਦੱਸੂਗਾ। ਠੀਕ ਹੈ ਜੀ, ਸਭ ਤੋਂ ਪਹਿਲਾਂ ਕੁਐਸਚਨ ਕੀ ਬਣਦਾ ਹੁੰਦਾ ਹੈ? ਦੇਖੋ, ਜਿਹੜਾ 42nd ਅਮੈਂਡਮੈਂਟ ਐਕਟ 1976 ਸੀਗਾ, ਇਸ 'ਚ ਕੀ ਕੀਤਾ ਗਿਆ ਸੀਗਾ? ਇਹਨਾਂ 'ਚ ਇੰਨੀ ਸਾਰੀਆਂ ਅਮੈਂਡਮੈਂਟਾਂ ਕੀਤੀਆਂ ਗਈਆਂ ਸੀਗੀਆਂ ਕੌਨਸਟੀਟਿਊਸ਼ਨ ਵਿੱਚ ਕਿ ਇਹਨੂੰ ਮਿਨੀ ਕੌਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਠੀਕ ਹੈ, ਇਹ ਕੁਐਸਚਨ ਵੀ ਪੰਜਾਬ ਦੀ ਗੌਰਮੈਂਟ ਵਿੱਚ ਆਉਂਦਾ ਹੈ। ਠੀਕ ਹੈ, SSC UPSC ਹਰ ਇੱਕ ਜਗ੍ਹਾ ਆ ਚੁੱਕਿਆ ਕੁਐਸਚਨ, ਤਾਂ ਇਹ ਕੁਐਸਚਨ ਵੀ ਤੁਸੀਂ ਯਾਦ ਰੱਖਣਾ। ਕਿਹੜੀ ਅਮੈਂਡਮੈਂਟ ਐਕਟ ਨੂੰ ਮਿਨੀ ਕੌਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ? ਕਿਉਂ ਕਿਹਾ ਜਾਂਦਾ? ਕਿਉਂਕਿ ਇਹ 'ਚ ਬਹੁਤ ਸਾਰੀ ਚੇਂਜਸ ਕੀਤੀਆਂ ਗਈਆਂ ਸੀਗੀਆਂ ਉਦੋਂ ਦੀ ਜਿਹੜੀ ਪ੍ਰਾਈਮ ਮਿਨਿਸਟਰ ਸੀਗੀ ਇੰਦਰਾ ਗਾਂਧੀ ਦੁਆਰਾ। ਠੀਕ ਹੈ, ਚਲੋ ਇਹ ਸਾਰੇ ਦੇਖੋ, ਆਹ ਟ੍ਰਿਕ ਹੋ ਗਈ ਜਿਹੜੀ ਮੈਂ ਤੁਹਾਨੂੰ ਪਿੱਛੇ ਦੱਸੀ ਸੀਗੀ। ਠੀਕ ਹੈ, U ਦਾ ਮਤਲਬ ਯੂਨੀਅਨ ਐਂਡ ਟੈਰੀਟਰੀ। ਠੀਕ ਹੈ, C ਦਾ ਮਤਲਬ ਜਿਹੜਾ ਪਹਿਲਾ ਅੱਖਰ ਹੈ ਉਹਦੇ ਰਿਲੇਟਡ ਸਿਟੀਜ਼ਨਸ਼ਿਪ। ਠੀਕ ਹੈ, ਚਲੋ ਇਹ ਤਾਂ ਆਰਟੀਕਲਸ ਹੋ ਗਏ, ਤੁਸੀਂ ਇੱਕ ਵਾਰ ਗੋ ਥਰੂ ਕਰ ਲਿਓ ਸਾਰੇ ਆਰਟੀਕਲਸ 'ਚੋਂ। ਠੀਕ ਹੈ, ਪਤਾ ਹੋਣਾ ਜ਼ਰੂਰੀ ਹੈ। ਹੁਣ ਮੈਂ ਤੁਹਾਨੂੰ ਦੱਸਦਾ, ਇਹ ਨਾ ਜਿਹੜੇ ਸਾਰੇ ਆਰਟੀਕਲਸ ਨੇ ਇਹਨਾਂ ਨੂੰ ਪਾਰਟਸ 'ਚ ਵੀ ਡਿਵਾਈਡ ਕੀਤਾ ਗਿਆ, 22 ਪਾਰਟਸ 'ਚ ਇਹਨੂੰ ਡਿਵਾਈਡ ਕੀਤਾ ਗਿਆ। ਠੀਕ ਹੈ, ਇਹ ਸਾਰੇ ਪਾਰਟਸ ਵੀ ਮੈਂ ਤੁਹਾਨੂੰ ਦੱਸਦੇ। ਠੀਕ ਹੈ, ਹੁਣ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੇ ਆਰਟੀਕਲ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਦੱਸ ਰਿਹਾ, ਕੁਐਸਚਨ ਕਿੱਥੋਂ ਆਉਂਦਾ। ਠੀਕ ਹੈ, ਕੁਐਸਚਨ ਦੇਖੋ ਆਊਗਾ ਫੰਡਾਮੈਂਟਲ ਰਾਈਟਸ ਦੇ ਉੱਪਰ। ਠੀਕ ਹੈ, ਇਹ ਮੈਂ ਤੁਹਾਨੂੰ ਕਰਵਾਤੇ ਪਿਛਲੀ ਵੀਡੀਓ ਵਿੱਚ। DPSP ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਦੇ ਉੱਪਰ ਆਊਗਾ, ਪਾਰਟ 4 'ਚ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਮੈਂ ਤੁਹਾਨੂੰ ਇਸੇ ਵੀਡੀਓ ਵਿੱਚ ਐਕਸਪਲੇਨ ਵੀ ਕਰੂੰਗਾ। ਤੇ ਫੰਡਾਮੈਂਟਲ ਡਿਊਟੀਜ਼ ਕਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਰਾਹੀਂ ਐਡ ਕੀਤੀ ਗਈ ਸੀਗੀ? ਪਾਰਟ 4A ਵਿੱਚ ਹੈ, ਇਹ ਵੀ ਯਾਦ ਰੱਖਣਾ। ਤੇ ਕਿਹੜੀ ਅਮੈਂਡਮੈਂਟ ਐਕਟ ਸੀਗੀ? ਇਹ 42nd ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ 1976। ਠੀਕ ਹੈ, ਇੱਕ ਪਾਰਟ 7 ਸੀਗਾ, ਉਹ ਡਿਲੀਟ ਕਰਤਾ ਗਿਆ ਸੀਗਾ 7 ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ 1956 ਵਿੱਚ। ਠੀਕ ਹੈ, ਪੰਚਾਇਤੀ ਰਾਜ ਤੇ ਮਿਊਨਿਸਪੈਲਿਟੀ ਮੈਂ ਤੁਹਾਨੂੰ ਦੱਸਤਾ 73rd ਤੇ 74th ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਨੇ ਪਾਰਟ 9 ਵਿੱਚ ਨੇ। ਠੀਕ ਹੈ, ਇਹ ਤਾਂ ਹੋ ਗਿਆ ਜੋ ਤੁਸੀਂ ਯਾਦ ਰੱਖਣਾ। ਠੀਕ ਹੈ, ਅਮੈਂਡਮੈਂਟ ਜਿਹੜੀਆਂ ਨੇ ਉਹ ਥੋੜ੍ਹੀ ਜਿਹੀ ਯਾਦ ਰੱਖਣੀਆਂ ਨੇ। ਟਰਬਿਊਨਲਸ ਦੇ ਉੱਪਰ ਅਮੈਂਡਮੈਂਟ ਐਕਟ ਹੋਈ ਸੀ, 42nd ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ 1976। ਠੀਕ ਹੈ, ਹੁਣ ਕੀ ਯਾਦ ਰੱਖਣਾ? ਦੇਖੋ, ਐਮਰਜੈਂਸੀ ਦਾ ਆਰਟੀਕਲ ਮੈਂ ਤੁਹਾਨੂੰ ਅੱਗੇ ਵੀ ਦੱਸੂਗਾ, 352, 56 ਤੇ 60, 4 ਐਡ ਕਰਦੇ ਰਹੋ। ਠੀਕ ਹੈ, ਇਹ ਐਮਰਜੈਂਸੀ ਦੇ ਉੱਪਰ ਆਰਟੀਕਲਸ ਨੇ। ਠੀਕ ਹੈ, ਤੁਸੀਂ ਯਾਦ ਰੱਖਣੇ ਨੇ, ਮੈਂ ਤੁਹਾਨੂੰ ਦੱਸੂਗਾ ਵੀ ਕਿਸ ਚੀਜ਼ ਰਿਲੇਟਡ ਨੇ। ਠੀਕ ਹੈ, ਉਸ ਤੋਂ ਬਾਅਦ ਜੇ ਆਪਾਂ ਕੋਈ ਕਨਸਟੀਟਿਊਸ਼ਨ 'ਚ ਅਮੈਂਡਮੈਂਟ ਕਰ ਸਕਦੇ ਹਾਂ ਤਾਂ ਉਹਦਾ ਆਰਟੀਕਲ ਕਿਹੜਾ? 368। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਠੀਕ ਹੈ, ਹਾਲੇ ਤੁਸੀਂ ਇੱਕ ਵਾਰ ਇਹਨੂੰ ਦੇਖ ਲਓ, ਟ੍ਰਿਕ ਨੂੰ ਦੇਖ ਲਓ, ਪਾਰਟਸ ਨੂੰ ਦੇਖ ਲਓ, ਤੇ ਇਹਦੀਆਂ ਜਿਹੜੀ ਡਿਟੇਲ ਹੈ ਇੱਕ ਵਾਰ ਗੋ ਥਰੂ ਕਰ ਲਓ। ਬਾਕੀ ਜਿਹੜੀ ਮੈਂ ਤੁਹਾਨੂੰ ਇੰਪੋਰਟੈਂਟ ਚੀਜ਼ਾਂ ਦੱਸੀਆਂ ਨੇ ਇਹਨੂੰ ਯਾਦ ਰੱਖਣਾ, ਇਹਦੇ ਉੱਪਰ ਹੀ ਕੁਐਸਚਨ ਬਣੂਗਾ। ਠੀਕ ਹੈ ਜੀ, ਚਲੋ ਨੈਕਸਟ ਦੇਖੋ, ਜਿਹੜਾ ਆਪਣਾ ਇੰਡੀਅਨ ਕੌਨਸਟੀਟਿਊਸ਼ਨ ਹੈ ਨਾ, ਇਹ
ਬਹੁਤ ਜਗ੍ਹਾ ਤੋਂ ਰੈਫਰ ਕੀਤਾ ਗਿਆ ਹੈ। ਮੰਨ ਲਓ ਕਿ ਅੱਡ-ਅੱਡ ਕੰਟਰੀਜ਼ ਨੇ, ਠੀਕ ਹੈ, ਉਹਨਾਂ ਤੋਂ ਜਿਹੜੀ ਚੀਜ਼ਾਂ ਵਧੀਆ ਵਧੀਆ ਲੱਗੀਆਂ ਉਹ ਆਪਣੇ ਕੌਂਸਟੀਟਿਊਂਟ ਅਸੈਂਬਲੀ ਨੇ ਬਣਾਉਂਦੇ ਵਕਤ ਉਹ ਚੱਕ ਲਈਆਂ ਸੀਗੀਆਂ ਉਹਨਾਂ 'ਚ, ਠੀਕ ਹੈ ਜੀ। ਤਾਂ ਮੈਂ ਹੁਣ ਤੁਹਾਨੂੰ ਇੱਕ ਮਤਲਬ ਬਰੀਫ ਕਰ ਦਿੰਦਾ ਵੀ ਕਿੱਥੋਂ ਕਿੱਥੋਂ ਕੀ ਲੈਤਾ ਗਿਆ ਹੈ, ਠੀਕ ਹੈ। ਜਿਹੜਾ ਗਵਰਨਮੈਂਟ ਆਫ ਇੰਡੀਅਨ ਐਕਟ 1935 ਸੀਗਾ ਨਾ, ਮੇਜਰ ਜਿਹੜਾ ਆਪਣਾ ਕੌਂਸਟੀਟਿਊਸ਼ਨ ਆ ਉਹਦੇ ਉੱਪਰ ਹੀ ਆਧਾਰਿਤ ਹੈ, ਠੀਕ ਹੈ। ਫੈਡਰਲ ਸਕੀਮ ਸੀ, ਜਿਵੇਂ ਇੱਕ ਸਟਰੋਂਗ ਸੈਂਟਰ ਹੈ, ਠੀਕ ਹੈ ਜੀ, ਸੈਂਟਰ ਹੈ ਤੇ ਸਟੇਟ ਨੇ, ਠੀਕ ਹੈ, ਉਹ ਫੈਡਰਲ ਸਟਰਕਚਰ ਹੋ ਗਿਆ, ਉਹ ਵੀ 1935 ਚ ਸੀਗਾ। ਗਵਰਨਮੈਂਟ ਦਾ ਇੱਕ ਆਫਿਸ ਹੋਊਗਾ, ਠੀਕ ਹੈ, ਸਟੇਟ ਤੇ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਹੋਣਗੇ 1935। ਤੇ ਕੁਐਸਚਨ ਕੀ ਬਣਦਾ, ਦੇਖ ਲਓ ਸਿੰਪਲ ਕੁਐਸਚਨ ਕਿਹਦੇ ਉੱਪਰ ਆਉਂਦਾ ਵੀ ਜਿਹੜਾ ਆਪਣਾ ਕੌਂਸਟੀਟਿਊਸ਼ਨ ਹੈ, ਠੀਕ ਹੈ, ਉਹ ਮੇਜਰ ਕਿੱਥੋਂ ਲੈਤਾ ਗਿਆ। ਤਾਂ ਸਿਰਫ ਇਹ ਕੁਐਸਚਨ ਇੱਕ ਲਾਈਨ ਯਾਦ ਕਰ ਲਓ, ਗਵਰਨਮੈਂਟ ਆਫ ਇੰਡੀਆ ਐਕਟ 1935। ਚਲੋ ਹੁਣ ਕੈਨੇਡਾ ਤੋਂ ਆਪਾਂ ਕੀ ਲੈਤਾ, ਦੇਖੋ ਕੈਨੇਡਾ ਤੋਂ ਆਪਾਂ ਲੈਤਾ ਫੈਡਰੇਸ਼ਨ ਵਿਦ ਅ ਸਟਰੋਂਗ ਸੈਂਟਰ। ਕੁਐਸਚਨ ਬੇਸਿਕਲੀ ਪਹਿਲਾਂ ਹੀ ਪੁੱਛਿਆ ਜਾਂਦਾ, ਫੈਡਰੇਸ਼ਨ ਵਿਦ ਅ ਸਟਰੋਂਗ ਸੈਂਟਰ ਮਤਲਬ ਜਿਹੜੀ ਆਪਣੀ ਇੰਡੀਆ ਉਹ 'ਚ ਸੈਂਟਰ ਸਟਰੋਂਗ ਰਹਿੰਦਾ ਹੈ, ਠੀਕ ਹੈ। ਸਟੇਟ ਲਵੇ ਥੋੜ੍ਹੀ ਜਿਹੀਆਂ ਘੱਟ ਪਾਵਰਾਂ ਹੁੰਦੀਆਂ ਨੇ, ਜਿਹੜੀ ਮੇਜਰ ਰੈਜ਼ੀਡੂਅਲ ਪਾਵਰਾਂ ਹੁੰਦੀਆਂ ਉਹ ਸੈਂਟਰ ਲਵੇ ਹੁੰਦੀਆਂ ਨੇ, ਠੀਕ ਹੈ। ਤਾਂ ਉਹ ਆਪਾਂ ਕੈਨੇਡਾ ਤੋਂ ਲਿੱਤਾ ਹੈ, ਠੀਕ ਹੈ। ਪੜ੍ਹਨਾ ਤੁਸੀਂ ਸਾਰਾ, ਲੇਕਿਨ ਕੁਐਸਚਨ ਇਹਦੇ ਉੱਪਰ ਹੀ ਆਊਗਾ, ਤੁਹਾਨੂੰ ਆਊਗਾ ਜੀ, ਠੀਕ ਹੈ। ਫੰਡਾਮੈਂਟਲ ਡਿਊਟੀਜ਼ ਦੇ ਉੱਪਰ ਪੁੱਛਿਆ ਜਾ ਸਕਦਾ ਹੈ। ਫੰਡਾਮੈਂਟਲ ਡਿਊਟੀਜ਼ ਤੇ ਇਹ ਵੀ ਪੁੱਛਿਆ ਜਾਂਦਾ, ਸੋਸ਼ਲ ਇਕਨੋਮਿਕ ਤੇ ਪੋਲੀਟੀਕਲ ਜਸਟਿਸ ਦਾ ਆਈਡੀਆ, ਠੀਕ ਹੈ, ਇਹ ਆਪਾਂ ਕਿੱਥੋਂ ਲੈਤਾ, USSR ਤੋਂ ਲੈਤਾ, ਠੀਕ ਹੈ। ਫੰਡਾਮੈਂਟਲ ਡਿਊਟੀਜ਼ ਯਾਦ ਰੱਖਣੀਆਂ ਨੇ। ਫੰਡਾਮੈਂਟਲ ਡਿਊਟੀਜ਼ ਹੁੰਦੀ ਕੀ ਨੇ, ਬੇਸਿਕਲੀ ਇੱਕ ਮੋਰਲ ਯਾਰ ਰਿਸਪੌਂਸਿਬਿਲਟੀਆਂ ਜਿਹੀਆਂ ਹੁੰਦੀਆਂ ਨੇ ਵੀ ਆਪਾਂ ਆਪਣੇ ਜਿਹੜਾ ਇੰਡੀਆ ਉਹਦੇ ਬਾਰੇ ਵਧੀਆ ਬੋਲੀਏ, ਵਧੀਆ ਗੱਲਾਂ ਕਰੀਏ, ਠੀਕ ਹੈ। ਇੱਕ ਆਪਣੀ ਮੋਰਲ ਰਿਸਪੌਂਸਿਬਿਲਟੀ ਆ, ਉਹ ਫੰਡਾਮੈਂਟਲ ਡਿਊਟੀ ਸੀਗੀਆਂ, ਠੀਕ ਹੈ। ਤਾਂ ਉਹ USSR ਤੋਂ ਕੰਸੈਪਟ ਲੈਤਾ ਗਿਆ, ਠੀਕ ਹੈ। ਸਾਰਿਆਂ ਲਈ ਸੋਸ਼ਲੀ ਇਕਨੋਮਿਕਲੀ ਪੋਲੀਟੀਕਲੀ ਆਪਾਂ ਜਸਟਿਸ ਦੇ ਸਕੀਏ, ਉਹ ਵੀ USSR ਤੋਂ ਲੈਤਾ ਗਿਆ। ਐਮਰਜੈਂਸੀ ਦਾ ਜਿਹੜਾ ਦੇਖੋ, ਐਮਰਜੈਂਸੀ ਆਰਟੀਕਲ 352, 56, 60 ਉਹ ਜਰਮਨੀ ਤੋਂ ਲਿੱਤਾ ਗਿਆ। ਲਿਬਰਟੀ, ਇਹ ਕੁਐਸਚਨ ਅੱਜ ਕੱਲ੍ਹ ਬਹੁਤ ਆਉਣ ਲੱਗਿਆ, ਮੈਂ ਵੀ ਜਦੋਂ ਐਗਜ਼ਾਮ ਦਿੰਦਾ ਹੁੰਦਾ ਸੀ ਤਾਂ ਇਹ ਕੁਐਸਚਨ ਮੈਂ ਫੇਸ ਕਰਦਾ ਹੁੰਦਾ ਸੀ। ਲਿਬਰਟੀ, ਇਕੁਐਲਿਟੀ ਤੇ ਫਰਟਰਨਿਟੀ ਫ੍ਰੈਂਚ ਤੋਂ ਲਿੱਤਾ ਗਿਆ ਹੈ, ਠੀਕ ਹੈ ਜੀ। ਇੱਦਾਂ ਯਾਦ ਕਰ ਲਓ ਨਾ, ਜਿੱਥੇ ਫਰਟਰਨਿਟੀ ਆ ਗਿਆ ਉੱਥੇ ਫ੍ਰੈਂਚ ਆ ਗਿਆ, ਠੀਕ ਹੈ। ਚਲੋ ਆਸਟ੍ਰੇਲੀਆ ਤੋਂ ਕੀ ਲਿੱਤਾ ਗਿਆ, ਕੌਨਕੋਰੈਂਟ ਲਿਸਟ ਜੁਆਇੰਟ ਸੀਟਿੰਗ ਆਫ ਦਾ ਟੂ ਆਫ ਦਾ ਪਾਰਲੀਮੈਂਟ, ਮਤਲਬ ਜਿੱਥੇ ਦੋ ਜੋੜੇ ਹੋ ਗਏ, ਠੀਕ ਹੈ, ਉਹ ਆਸਟ੍ਰੇਲੀਆ ਤੋਂ ਲਿੱਤਾ ਹੈ, ਠੀਕ ਹੈ। ਕੌਨਕੋਰੈਂਟ ਲਿਸਟ ਦਾ ਮਤਲਬ ਕੀ ਹੈ, ਦੇਖੋ ਕੁਛ ਜਿਹੜੇ ਆਰਟੀਕਲਸ ਨੇ, ਠੀਕ ਹੈ, ਉਹ ਕੁਛ ਸਟੇਟ ਲਈ ਨੇ, ਕੁਛ ਸੈਂਟਰ ਲਈ ਨੇ, ਠੀਕ ਹੈ। ਕੁਛ ਨੇ ਜਿਹੜੇ ਮੁੱਦੇ ਉਹ ਦੋਨਾਂ ਲਈ ਆਉਂਦੇ ਨੇ। ਹੁਣ ਕੋਈ ਰੀਵਰ ਹੈ, ਮੰਨ ਲਓ ਉਹ ਇੱਕ ਸਟੇਟ ਤੋਂ ਦੂਜੀ ਸਟੇਟ ਵੱਲ ਜਾ ਰਹੀ ਹੈ, ਠੀਕ ਹੈ। ਤਾਂ ਹੁਣ ਉਹ ਮਤਲਬ ਸਟੇਟ ਦੇ ਵਿੱਚੋਂ ਪਾਸ ਹੋ ਰਹੀ ਹੈ, ਹੁਣ ਉਸ 'ਚ ਜਿਹੜਾ ਕੌਨਕਰੈਂਟ ਲਿਸਟ ਵਿੱਚ ਉਹ ਆਉਂਦੀ ਹੈ ਕਿ ਜੇ ਉਸ 'ਚ ਮਤਲਬ ਜਿਹੜਾ ਸਟੇਟ ਤੋਂ ਬਾਹਰ ਹੈ, ਠੀਕ ਹੈ, ਉਧਰ ਮਤਲਬ ਉਹ ਵੀ ਬਣਾ ਸਕਦੀ ਹੈ, ਸੈਂਟਰ ਵੀ ਬਣਾ ਸਕਦੀ ਹੈ, ਸਟੇਟ ਵਾਲਾ ਸਟੇਟ 'ਚ ਵੀ ਬਣਾ ਸਕਦਾ। ਤਾਂ ਕੌਨਕਰੈਂਟ ਲਿਸਟ 'ਚ ਹੋ ਗਏ ਜਿਹੜੇ ਮੁੱਦੇ ਮਤਲਬ ਸੈਂਸਿਟਿਵ ਮੁੱਦੇ ਹੁੰਦੇ ਨੇ, ਜ਼ਿਆਦਾਤਰ ਸੈਂਸਿਟਿਵ ਮੁੱਦੇ ਹੁੰਦੇ ਨੇ, ਉਹ ਕੌਨਕਰੈਂਟ ਲਿਸਟ 'ਚ ਪਾ ਦਿੱਤੇ ਗਏ ਹੁੰਦੇ ਨੇ। ਜਾਪਾਨ ਤੋਂ ਆਪਾਂ ਕੀ ਲੈਤਾ, ਫੰਕਸ਼ਨਿੰਗ ਆਫ ਸੁਪਰੀਮ ਕੋਰਟ ਲੈਤਾ, ਵੈਸੇ ਪੁੱਛਿਆ ਨਹੀਂ ਜਾਂਦਾ। ਆਇਰਿਸ਼, ਹਾਂ ਆਇਰਿਸ਼ ਤੋਂ ਆਪਾਂ ਕੀ ਲੈਤਾ, ਦੇਖੋ ਆਇਰਲੈਂਡ, ਆਇਰਿਸ਼ ਤੋਂ ਆਪਾਂ ਲੈਤਾ ਡਾਇਰੈਕਟਿਵ ਸਟੇਟ ਪੋਲਿਸੀਜ਼, ਠੀਕ ਹੈ। ਜਿਹੜਾ ਪਾਰਟ 4 ਸੀਗਾ ਨਾ, ਠੀਕ ਹੈ, ਪਾਰਟ 4 ਮੈਂ ਤੁਹਾਨੂੰ ਦਿਖਾ ਦਿੰਦਾ, ਪਾਰਟ 4 ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ, ਠੀਕ ਹੈ, ਇਹ ਆਪਾਂ ਆਇਰਿਸ਼ ਤੋਂ ਲੈਤਾ ਹੈ, ਠੀਕ ਹੈ। ਰਾਜ ਸਭਾ ਦੇ ਬੰਦੇ ਜਿਵੇਂ ਨੋਮੀਨੇਟ ਹੁੰਦੇ ਨੇ, ਠੀਕ ਹੈ, ਤਾਂ ਉਹ ਵੀ ਆਪਾਂ ਆਇਰਿਸ਼ ਤੋਂ ਲੈਤਾ ਹੈ, ਠੀਕ ਹੈ। ਇਹ ਬੇਸਿਕਲੀ ਇਹੀ ਪੁੱਛਿਆ ਜਾਂਦਾ ਹੈ। ਬ੍ਰਿਟੇਨ, ਠੀਕ ਹੈ, ਰੂਲ ਆਫ ਲਾ, ਪਾਰਲੀਮੈਂਟ ਫਾਰਮ ਜਿਹੜੀ ਅੱਜ ਕੱਲ੍ਹ ਯੂਜ਼ ਹੋ ਰਹੀ ਹੈ। ਸਿੰਗਲ ਸਿਟੀਜ਼ਨਸ਼ਿਪ ਦਾ ਮਤਲਬ ਹੈ ਵੀ ਆਪਾਂ ਅਗਰ ਕਿਸੇ ਹੋਰ ਦੇਸ਼ ਦੀ ਵੀ ਸਿਟੀਜ਼ਨਸ਼ਿਪ ਲੈ ਲਈਏ ਤਾਂ ਆਪਣੇ ਦੇਸ਼ ਦੀ ਸਿਟੀਜ਼ਨਸ਼ਿਪ ਕੈਂਸਲ ਹੋ ਜਾਂਦੀ ਹੈ। ਬਾਏ ਕੈਮਰਲਿਜ਼ਮ ਦਾ ਮਤਲਬ ਹੈ ਵੀ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ, ਠੀਕ ਹੈ, ਮਤਲਬ ਲੋਅਰ ਹਾਊਸ ਤੇ ਅਪਰ ਹਾਊਸ, ਜਿਵੇਂ ਕਿ ਮਤਲਬ ਬਹੁਤ ਸਟੇਟ ਦੇ ਵਿੱਚ ਬਾਏ ਕੈਮਰਲਿਜ਼ਮ ਹੈ, ਬਟ ਪੰਜਾਬ 'ਚ ਕੀ ਹੈ, ਯੂਨੀਕੈਮਰਲਿਜ਼ਮ ਹੀ ਹੈ, ਠੀਕ ਹੈ। ਕੈਬਨਿਟ ਸਿਸਟਮ ਤੇ ਲੈਜਿਸਲੇਟਿਵ ਪ੍ਰੋਸੀਜਰ, ਇਹ 'ਚ ਬੇਸਿਕਲੀ ਰੂਲ ਆਫ ਲਾ ਪੁੱਛਿਆ ਜਾ ਸਕਦਾ ਹੈ। ਸਾਰੇ ਇੰਪੋਰਟੈਂਟ ਨੇ, ਇੱਕ ਵਾਰ ਦੇਖ ਲਓ, ਠੀਕ ਹੈ। ਸਾਊਥ ਅਫਰੀਕਾ ਵਿੱਚੋਂ ਆਪਾਂ ਕੀ ਲੈਤਾ, ਅਮੈਂਡਮੈਂਟ ਆਫ ਦਾ ਕੌਂਸਟੀਟਿਊਸ਼ਨ ਪ੍ਰੋਸੀਜਰ, ਵੀ ਪ੍ਰੋਸੀਜਰ ਕਿਵੇਂ, ਮਤਲਬ ਉਹਦਾ ਅਮੈਂਡਮੈਂਟ ਕਿਵੇਂ, ਉਹਦਾ ਪ੍ਰੋਸੀਜਰ ਕੀ ਹੈ ਚੇਂਜ ਕਰਨ ਦਾ, ਤਾਂ ਉਹ ਅਫਰੀਕਾ ਤੋਂ ਲੈਤਾ। ਇਲੈਕਸ਼ਨ ਆਫ ਦਾ ਮੈਂਬਰ ਉਹਦਾ ਅਪਰ ਹਾਊਸ ਵੀ ਅਫਰੀਕਾ ਤੋਂ ਲੈਤਾ ਹੈ, ਠੀਕ ਹੈ। USA ਤੋਂ ਬੇਸਿਕਲੀ ਕੁਐਸਚਨ ਕੀ ਆਉਂਦਾ ਕਿ ਫੰਡਾਮੈਂਟਲ ਰਾਈਟਸ ਦੇ ਉੱਪਰ ਆਉਂਦਾ ਹੈ, ਠੀਕ ਹੈ। ਫੰਡਾਮੈਂਟਲ ਰਾਈਟਸ ਜੁਡੀਸ਼ੀਅਲ ਰਿਵਿਊ ਆਪਾਂ USA ਤੋਂ ਲੈਤਾ ਹੈ, ਠੀਕ ਹੈ। ਇੰਡੀਪੈਂਡੈਂਟ ਜੁਡੀਸ਼ਰੀ,
ठीक है, वो भी आप यूएसए तो लेती है। इंपीचमेंट ते रिमूवल ऑफ सुप्रीम कोर्ट हाई कोर्ट जजिस यूएसए तो लगता है। ठीक है, इंपोर्टेंट ने ਜਿਹੜੀਆਂ मतलब बहुत इंपोर्टेंट है जो क्वेश्चन आंदा ही आंदा ਤਾਂ ਇਹਨੂੰ याद जरूर करना ਤੁਸੀਂ। ਚਲੋ ਹੁਣ ਇੰਪੋਰਟੈਂਟ ਆਰਟੀਕਲਸ ਮੈਂ ਤੁਹਾਨੂੰ ਕਿਹਾ ਸੀਗਾ ਇਹ ਸਾਰੇ ਆਰਟੀਕਲਸ ਤੁਸੀਂ ਪੜ੍ਹਨੇ ਨੇ। ਠੀਕ ਹੈ, ਲੇਕਿਨ ਇਹਦੇ ਵਿੱਚੋਂ ਜਿਹੜੇ ਮੇਨ ਆਰਟੀਕਲ ਨੇ ਜਿਹੜੇ ਜਿਹਦੇ ਉੱਪਰ ਕੁਐਸਚਨ ਬਣਦਾ ਹੈ, ਠੀਕ ਆ, ਉਹੀ ਤੁਹਾਨੂੰ ਮੈਂ ਦੱਸ ਰਿਹਾ ਸਿਰਫ। ਦੇਖੋ, ਯੂਨੀਫਾਰਮ ਸਿਵਲ ਕੋਡ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀਜ਼ ਨੇ ਨਾ, ਉਹਦੇ ਵਿੱਚ ਇਹ ਆਂਦਾ ਪਾਰਟ 4 ਚ ਆਂਦਾ ਆਰਟੀਕਲ ਨੰਬਰ 44 ਹੈ ਵੀ ਯੂਨੀਫਾਰਮ ਸਿਵਲ ਕੋਡ। ਠੀਕ ਹੈ, ਤਾਂ ਇਹ ਇੱਕ ਆਰਟੀਕਲ ਤੁਸੀਂ ਯਾਦ ਰੱਖਣਾ। ਗੋਆ ਵਿੱਚ ਵੀ ਇਹ ਫੋਲੋ ਹੁੰਦਾ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਇੰਪੋਰਟੈਂਟ ਆਰਟੀਕਲ, ਵੈਸੇ ਤਾਂ ਸਾਰੇ ਇੰਪੋਰਟੈਂਟ ਨੇ ਇਹ ਜਿਹੜੇ ਤੁਹਾਨੂੰ ਦੱਸੇ ਨੇ, ਲੇਕਿਨ ਇਹਨਾਂ ਵਿੱਚੋਂ ਵੀ ਇੰਪੋਰਟੈਂਟ ਕਿਹੜੇ ਨੇ, ਆਰਟੀਕਲ 51 ਫੰਡਾਮੈਂਟਲ ਡਿਊਟੀਜ਼ ਦੇ ਉੱਪਰ ਨੇ। ਠੀਕ ਹੈ ਜੀ, ਉਸ ਤੋਂ ਬਾਅਦ ਤੁਸੀਂ ਮਨੀ ਬਿੱਲ ਜ਼ਰੂਰ ਯਾਦ ਰੱਖਣਾ ਕਿਉਂਕਿ ਮਨੀ ਬਿੱਲ ਦੇ ਉੱਪਰ ਕਾਫੀ ਕੁਐਸਚਨ ਆਉਂਦੇ ਨੇ। ਠੀਕ ਹੈ, ਕਿਹੜਾ ਆਰਟੀਕਲ ਹੈ 109 ਤੋਂ 110। ਐਨੂਅਲ ਫਾਈਨੈਂਸ਼ੀਅਲ ਬਜਟ ਜਿਹੜਾ ਆਪਣਾ ਬਜਟ ਪੇਸ਼ ਕੀਤਾ ਸੀਗਾ ਹੁਣੀ, ਠੀਕ ਆ, ਉਹ ਕਿਹੜਾ ਆਰਟੀਕਲ ਹੈ 112 ਆਰਟੀਕਲ ਹੈ। 123 ਆਰਟੀਕਲ ਵੀ ਪੁੱਛਿਆ ਜਾ ਸਕਦਾ ਜਿਸ ਵਿੱਚ ਕੀ ਹੈ ਪ੍ਰੈਜ਼ੀਡੈਂਟ ਲਵੇ ਪਾਵਰ ਹੈ ਟੂ ਪ੍ਰੋਮੂਗਲੇਟ ऑर्डिनेंस वाइल पार्लीमेंट इन रिसैस। अगर पार्लीमेंट फंक्शन नहीं कर रही कोई ऑर्डिनेंस लैके आना है ਉਹਦੇ दौरान जरूरी है तो ਉਹਦਾ आर्टिकल ਕਿਹੜਾ 123। ਅੱਜ ਦੀ ਸਿਚੁਏਸ਼ਨ ਦੇ ਮੁਤਾबिक ਮੈਨੂੰ ਲੱਗਦਾ ਵੀ ਇਹ ਆਰਟੀਕਲ ਪੁੱਛਿਆ ਜਾ ਸਕਦਾ ਹੈ। ਠੀਕ ਹੈ, ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਿਆ ਸੀ 352 56 ਤੇ 60। ਠੀਕ ਹੈ, ਜਿਹੜਾ 352 ਨੈਸ਼ਨਲ ਐਮਰਜੈਂਸੀ ਦੀ ਗੱਲ ਕਰਦਾ ਹੈ। 356 ਕਿਹੜਾ मतलब ਪ੍ਰੈਜ਼ੀਡੈਂਟ ਰੂਲ। ਅਗਰ ਸਟੇਟ ਦਾ ਕੋਈ ਕੰਸਟੀਟਿਊਸ਼ਨਲ ਮਸ਼ੀਨਰੀ ਕੰਮ ਨਹੀਂ ਕਰ ਰਹੀ ਤਾਂ ਆਪਣੀ ਸਟੇਟ ਦੇ ਉੱਪਰ ਜਿਹੜਾ ਲੱਗਦਾ ਹੈ ਪ੍ਰੈਜ਼ੀਡੈਂਟ ਰੂਲ। ਠੀਕ ਹੈ, ਉਹ 356 ਆਪਣੀ ਸਟੇਟ ਲਈ ਹੈ, 352 ਨੈਸ਼ਨਲ ਲਈ ਹੈ, 360 ਫਾਈਨੈਂਸ਼ੀਅਲ ਐਮਰਜੈਂਸੀ ਲਈ ਹੈ। ਫਾਈਨੈਂਸ਼ੀਅਲ ਐਮਰਜੈਂਸੀ ਦੀ ਤਾਂ ਹਾਲੇ ਤੱਕ ਜ਼ਰੂਰਤ ਨਹੀਂ ਪਈ ਹੈ। ਠੀਕ ਹੈ, 312 ਤੁਸੀਂ ਯਾਦ ਰੱਖ ਸਕਦੇ ਹੋ ਆਲ ਇੰਡੀਆ ਸਰਵਿਸਿਜ਼ ਦੇ ਰਿਲੇਟਿਡ ਹੈ। ਇਲੈਕਸ਼ਨ ਕਮਿਸ਼ਨ ਯਾਦ ਕਰ ਸਕਦੇ ਹੋ 324 ਹੈ। ਠੀਕ ਹੈ, ਇਸ ਤੋਂ ਬਾਅਦ ਇੱਕ ਵਾਰ ਦੇਖ ਸਕਦੇ ਹੋ ਇਹ ਮੇਨ ਮੈਂ ਜਿਹੜੇ ਨੇ ਤੁਹਾਨੂੰ ਇਹ ਦੱਸ ਦਿੱਤੇ ਤੇ ਅਮੈਂਡਮੈਂਟ ਜ਼ਰੂਰ ਯਾਦ ਰੱਖਣਾ 368 ਨੰਬਰ ਆਰਟੀਕਲ। ਠੀਕ ਹੈ, ਜਿਸ ਵਿੱਚ ਅਮੈਂਡਮੈਂਟ ਕਰਨ ਦਾ ਪਾਰਲੀਮੈਂਟ ਨੂੰ ਅਧਿਕਾਰ ਦਿੱਤਾ ਗਿਆ। ਠੀਕ ਹੈ, ਚਲੋ ਹੁਣ ਤੁਹਾਨੂੰ ਫੰਡਾਮੈਂਟਲ ਰਾਈਟਸ ਮੈਂ ਲਾਸਟ ਵੀਡੀਓ ਵਿੱਚ ਦੱਸਿਆ ਸੀਗਾ, ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੋਨਾਂ ਦਾ ਕੰਪੈਰੀਜ਼ਨ ਦੱਸ ਦਿੰਦਾ। ਬੇਸਿਕਲੀ ਜਿਹੜੇ ਫੰਡਾਮੈਂਟਲ ਰਾਈਟ ਨੇ ਇਹ ਆਮ ਬੰਦੇ ਲਈ ਰੱਖੇ ਗਏ ਨੇ ਤਾਂ ਕਿ ਉਹਦਾ ਕੋਈ ਮਤਲਬ ਮੌਲਿਕ ਅਧਿਕਾਰ ਨੇ ਉਹਦੇ, ਤਾਂ ਕਿ ਉਹਨੂੰ ਮਤਲਬ ਇੱਕ ਫਰੀडम ਰਹੇ ਬੋਲਣ ਦੀ, ਰਹਿਣ ਦੀ, ਕਿਤੇ ਵੀ ਜਾਣ ਦੀ, ਘੁੰਮਣ ਫਿਰਨ ਦੀ। ਠੀਕ ਹੈ, ਤਾਂ ਮਤਲਬ ਮੌਲਿਕ ਅਧਿਕਾਰ ਨੇ। ਬਟ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀਜ਼ ਕੀ ਕਹਿੰਦੀਆਂ ਨੇ, ਜੋ ਕਿ ਮਤਲਬ ਜੋ ਮਤਲਬ ਇੱਕ ਸਟੇਟ ਲਵੇ ਮਤਲਬ ਅਧਿਕਾਰ ਨੇ। ਸਟੇਟ ਕੀ ਕਰਦਾ, ਸਟੇਟ ਦੇਖੋ ਜਿਹੜੇ ਬੰਦੇ ਰਹਿੰਦੇ ਨੇ ਉਹਦੇ ਸਟੇਟ ਵਿੱਚ ਉਹਨਾਂ ਨੂੰ ਅਪਲਿਫਟਮੈਂਟ ਕਰਨ ਦਾ ਕੰਮ ਕਰਦਾ। ਠੀਕ ਹੈ, ਉਹਨਾਂ ਨੂੰ ਐਜੂਕੇਸ਼ਨ ਦੇਣੀ ਆ, ਉਹਨਾਂ ਨੂੰ ਕੰਮ ਦੇਣਾ ਹੈ। ਠੀਕ ਹੈ, ਉਹਦੇ ਰਿਲੇਟਿਡ ਜਿਹੜੀ ਪਾਲਿਸੀਆਂ ਨੇ, ਗਾਈਡਲਾਈਨਸ ਨੇ, ਬੇਸਿਕਲੀ ਕੀ ਨੇ, ਇਹ ਇੱਕ ਬੇਸਿਕ ਗਾਈਡਲਾਈਨਸ ਨੇ। ਠੀਕ ਹੈ, ਗਾਈਡਲਾਈਨਸ ਨੇ ਜਿਹਦੇ ਥਰੂ ਮਤਲਬ ਬੰਦੇ ਦਾ ਅਪਲਿਫਟਮੈਂਟ ਕਰਨਾ ਹੈ, ਮਤਲਬ ਵਧੀਆ ਚੀਜ਼ਾਂ ਕਰਨੀਆਂ ਨੇ ਆਪਣੀ ਸਟੇਟ ਵਿੱਚ, ਉਹ ਸਾਰੀਆਂ ਇਹਦੇ ਰਿਲੇਟਿਡ ਨੇ। ਤਾਂ ਫੰਡਾਮੈਂਟਲ ਰਾਈਟਸ ਕੀ ਹੋ ਗਏ, ਬੰਦੇ ਦੇ ਅਧਿਕਾਰ ਹੋ ਗਏ। ਠੀਕ ਹੈ, ਇਹ ਨੈਗੇਟਿਵ ਸੈਂਸ 'ਚ ਨੇ, ਜਿਹੜੀ ਸਟੇਟ ਨੂੰ ਉਹ ਚੀਜ਼ਾਂ ਕਰਨ ਤੋਂ ਰੋਕਦੀਆਂ ਨੇ। ਠੀਕ ਹੈ, ਬਟ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀਜ਼ ਕੀ ਨੇ, ਇਹ ਪੋਜ਼ੀਟਿਵ ਚੀਜ਼ਾਂ ਨੇ ਕਿਉਂਕਿ ਇਹ ਸਟੇਟ ਨੂੰ ਜਿਸੇ ਕਿਸੇ ਦੀ ਵੈਲਫੇਅਰ ਰਿਲੇਟਿਡ ਕੰਮ ਕਰਨਾ ਹੈ ਤਾਂ ਇਹ ਇੱਕ ਪੋਜ਼ੀਟਿਵ ਚੀਜ਼ ਹੋਗੀ। ਫੰਡਾਮੈਂਟਲ ਰਾਈਟਸ ਕੀ ਹੋ ਗਏ, ਸਟੇਟ ਨੂੰ ਬਾਉਂਡ ਕਰਦੇ ਨੇ ਵੀ ਜੇ ਤੁਸੀਂ ਕੋਈ ਚੀਜ਼ ਕਾਨੂੰਨ ਬਣਾ ਰਹੇ ਹੋ, ਠੀਕ ਹੈ, ਉਹ ਐਦਾਂ ਦਾ ਨਹੀਂ ਬਣਾ ਦੇਣਾ ਕਿ ਉਹ ਬੰਦੇ ਦੇ ਅਗੇਂਸਟ ਕੋਈ ਬਣਾ ਦੇਣਾ। ਠੀਕ ਹੈ, ਤਾਂ ਆਹ ਨੈਗੇਟਿਵ, ਇਹ ਪੋਜ਼ੀਟਿਵ, ਇਹੀ ਜਾਂ ਪੁੱਛਿਆ ਜਾ ਸਕਦਾ। ਦੂਜਾ, ਇਹ ਕੋਰਟ 'ਚ ਜਸਟੀਫਾਈਬਲ ਨੇ, ਇਹ ਨੋਨ ਜਸਟੀਫਾਈਬਲ ਨੇ। ਠੀਕ ਹੈ, ਅਗਰ ਇਹ ਫੰਡਾਮੈਂਟਲ ਰਾਈਟ ਦਾ ਕੋਈ ਉਲੰਘਣ ਕਰਦਾ ਹੈ ਤਾਂ ਤੁਸੀਂ ਕੋਰਟ 'ਚ ਜਾ ਸਕਦੇ ਹੋ, ਬਟ DPSP 'ਚ ਨਹੀਂ ਤੁਸੀਂ ਜਾ ਸਕਦੇ। ਠੀਕ ਹੈ, ਇਸ 'ਚ ਕੀ ਹੈ, ਏਮ ਟੂ ਐਸਟੈਬਲਿਸ਼ ਪੋਲੀਟੀਕਲ ਡੈਮੋਕ੍ਰੇਸੀ। ਇਸ 'ਚ ਦੇਖੋ ਆਹ ਇੱਕ ਲਾਈਨ ਯਾਦ ਕਰ ਲਓ, ਪੋਲੀਟੀਕਲ ਡੈਮੋਕ੍ਰੇਸੀ ਲਈ ਹੈ ਇਹ। ਠੀਕ ਹੈ, ਇਹ ਸੋਸ਼ਲ ਇਕਨੋਮਿਕ ਡੈਮੋਕ੍ਰੇਸੀ ਲਈ ਹੈ। ਠੀਕ ਹੈ, ਇਹ ਲੀਗਲੀ ਸੈਂਕਸ਼ਨ ਹੈ, ਇਹ ਮੋਰਲੀ ਐਂਡ ਪੋਲੀਟੀਕਲੀ ਸੈਂਕਸ਼ਨ ਹੈ। ਠੀਕ ਹੈ ਜੀ, ਇਹ ਲੀਗਲ ਵੈਲਿਡ ਹੈ ਬਟ ਇਹ ਮੋਰਲੀ ਤੇ ਪੋਲੀਟੀਕਲੀ ਸੈਂਕਸ਼ਨ ਨੇ। ਠੀਕ ਹੈ, ਇਹੀ ਕੁਐਸਚਨ ਆਉਣਗੇ ਤੁਹਾਨੂੰ ਅਗਰ ਫੰਡਾਮੈਂਟਲ ਰਾਈਟ ਤੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਵਿੱਚੋਂ ਕੁਐਸਚਨ ਆਉਂਦਾ ਹੈ। ਉਸ ਤੋਂ ਬਾਅਦ ਜਿਹੜੀਆਂ ਹੁਣ ਰੀਸੈਂਟਲੀ ਅਮੈਂਡਮੈਂਟ ਹੋਈਆਂ ਨੇ ਉਹ ਤੁਹਾਨੂੰ ਮੈਂ ਇੱਕ ਵਾਰ ਚਾਨਣਾ ਪਾ ਦਿੰਦਾ। ਜਿਹੜਾ ਤਾਂ 100 ਅਮੈਂਡਮੈਂਟ ਐਕਟ 2015 ਹੈ। ਠੀਕ ਹੈ ਜੀ, ਉਹ ਆਪਣੀ ਅਮੈਂਡਮੈਂਟ ਐਕਟ ਹੈਗੀ ਹੈ। ਦੇਖੋ, ਲੈਂਡ
ਬਾਉਂਡਰੀ ਐਂਡ ਐਗਰੀਮੈਂਟ ਦੇ ਰਿਲੇਟਡ ਹੈ, ਜਿਹੜੀ ਇੰਡੀਆ ਐਂਡ ਬੰਗਲਾਦੇਸ਼ ਦੀ ਸੀਗੀ। ਠੀਕ ਹੈ। 101 ਅਮੈਂਡਮੈਂਟ ਐਕਟ 2017 ਗੁਡਸ ਐਂਡ ਸਰਵਿਸ ਟੈਕਸ ਦੇ ਰਿਲੇਟਡ ਸੀਗੀ। 102 ਅਮੈਂਡਮੈਂਟ ਐਕਟ 2018 ਨੈਸ਼ਨਲ ਕਮਿਸ਼ਨ ਫॉर ਬੈਕਵਰਡ ਕਲਾਸਿਸ ਸੀਗੀ। 103 ਇਕਨੋਮਿਕਲ ਵੀਕਰ ਸੈਕਸ਼ਨ ਲਈ ਸੀਗੀ। ਤੇ ਹੁਣ ਜਿਹੜੀ ਸਭ ਤੋਂ ਲਾਸਟ ਹੈ 104 ਉਹ ਰਿਜ਼ਰਵੇਸ਼ਨ ਆਫ ਸੀਟਸ ਫॉर ਜੋ ਐਕਸਟੈਂਡ ਕਰ ਦਿੱਤਾ ਗਿਆ ਲੋਕ ਸਭਾ ਵਿੱਚ, ਠੀਕ ਹੈ, ਰਿਜ਼ਰਵੇਸ਼ਨ ਨੂੰ, ਉਹ ਉਸ ਦੇ ਰਿਲੇਟਡ ਸੀਗੀ। ਠੀਕ ਹੈ। ਤਾਂ ਇਹ ਰੀਸੈਂਟ ਅਮੈਂਡਮੈਂਟ ਐਕਟ ਸੀਗੀਆਂ, ਤੁਸੀਂ ਯਾਦ ਰੱਖਣੀਆਂ ਨੇ। ਚਲੋ ਉਸ ਤੋਂ ਬਾਅਦ ਜਿਹੜੇ ਹੁਣ ਮੇਨ ਕੁਐਸਚਨ ਆਉਂਦੇ ਨੇ ਐਗਜ਼ਾਮ ਵਿੱਚ, ਉਹ ਤੁਹਾਨੂੰ ਇੱਕ ਵਾਰ ਦੱਸ ਦੇਣਾ। ਵਿਚ ਇਜ਼ ਦਾ ਹਾਈਐਸਟ ਲਾ ਆਫ ਲੈਂਡ, ਸਭ ਤੋਂ ਜ਼ਿਆਦਾ ਇੰਪੋਰਟੈਂਟ ਆਪਣੇ ਪੂਰੇ ਇੰਡੀਆ ਵਿੱਚ ਇੰਡੀਅਨ ਕੌਨਸਟੀਟਿਊਸ਼ਨ ਨੂੰ ਮੰਨਿਆ ਗਿਆ। ਕੌਨਸਟੀਟਿਊਸ਼ਨ ਇੰਡੀਆ ਕਿਹਨੇ ਫਰੇਮ ਕੀਤਾ ਸੀ? ਕੌਨਸਟੀਟਿਊਐਂਟ ਅਸੈਂਬਲੀ ਨੇ ਫਰੇਮ ਕੀਤਾ ਸੀਗਾ। ਕਦੋਂ ਅਡਾਪਟ ਕੀਤਾ ਸੀ? 26 ਨਵੰਬਰ 1949, ਮੈਂ ਤੁਹਾਨੂੰ ਦੱਸਤਾ ਸੀਗਾ ਅਡਾਪਟ ਕੀਤਾ ਸੀ। ਠੀਕ ਹੈ। ਪਰ ਇਹ ਫੋਰਸ ਵਿੱਚ ਕਦੋਂ ਆਇਆ? 26 ਜਨਵਰੀ 1950, ਯਾਦ ਰੱਖਣਾ ਤੁਸੀਂ। ਜਨਵਰੀ 26 ਕਿਉਂ ਸਿਲੈਕਟ ਕੀਤਾ ਕੌਨਸਟੀਟਿਊਸ਼ਨ ਨੂੰ ਅਡਾਪਟ ਕਰਨ ਲਈ? ਕਿਉਂਕਿ ਦੇਖੋ 26 ਜਨਵਰੀ 1950 ਅਡਾਪਟ ਨਹੀਂ, ਮਤਲਬ ਇਸ ਨੂੰ ਫੋਰਸ ਵਿੱਚ ਲੈ ਕੇ ਆਉਣ ਲਈ ਕਿਉਂ ਇਸ ਨੂੰ ਡੇਟ ਚੂਜ਼ ਕੀਤੀ ਗਈ? ਕਿਉਂਕਿ ਕਾਂਗਰਸ ਨੇ 1930 ਵਿੱਚ 26 ਜਨਵਰੀ ਨੂੰ ਹੀ ਇੰਡੀਪੈਂਡੈਂਸ ਡੇ ਮਤਲਬ ਉਦੋਂ ਘੋਸ਼ਿਤ ਕੀਤਾ ਸੀਗਾ, ਜਦੋਂ ਆਪਾਂ ਮਤਲਬ ਫਰੀडम ਦੀ ਲੜਾਈ ਲੜ ਰਹੇ ਸੀਗੇ। ਕੌਨਸਟੀਟਿਊਸ਼ਨ ਆਫ ਵਿਚ ਕੰਟਰੀ ਇਜ਼ ਦਾ ਲੌਂਗੈਸਟ ਰਿਟਨ ਕੌਨਸਟੀਟਿਊਸ਼ਨ ਹੈ, ਸਭ ਤੋਂ ਲੰਬਾ ਕੌਨਸਟੀਟਿਊਸ਼ਨ ਇੰਡੀਆ ਦਾ ਹੀ ਹੈ। ਠੀਕ ਹੈ। ਡਰਾਫਟਿੰਗ ਕਮੇਟੀ ਨੇ ਜਿਹੜਾ ਕੌਨਸਟੀਟਿਊਸ਼ਨ ਬਣਾਇਆ ਸੀ ਕਿਸ ਲੈਂਗੁਏਜ ਵਿੱਚ ਬਣਾਇਆ ਸੀਗਾ? ਇਕੱਲੀ ਇੰਗਲਿਸ਼ ਵਿੱਚ ਬਣਾਇਆ ਸੀਗਾ। ਜਿਹੜਾ ਆਪਣਾ ਨੈਸ਼ਨਲ ਫਲੈਗ ਹੈ ਉਹਦੇ ਵਿੱਚ ਅਸ਼ੋਕ ਚੱਕਰ ਹੈ, ਉਹਦੇ ਵਿੱਚ ਜਿਹੜੇ ਸਪੋਕਸ ਨੇ, ਠੀਕ ਹੈ, ਉਹ ਕਿੰਨੇ ਨੇ? ਠੀਕ ਹੈ, 24 ਨੇ। ਇਹ ਤੁਸੀਂ ਯਾਦ ਰੱਖਣਾ। ਵਿਚ ਦਾ ਫੋਲੋਇੰਗ ਕੰਟਰੀ ਹੈਜ਼ ਅ ਨੌਨ ਰਿਟਨ ਕੌਨਸਟੀਟਿਊਸ਼ਨ? ਦੇਖੋ ਯੂਕੇ ਵਿੱਚ ਲਿਖਿਤ ਵਿੱਚ ਕੌਨਸਟੀਟਿਊਸ਼ਨ ਨਹੀਂ ਹੈਗਾ। ਠੀਕ ਹੈ। ਬਾਈਕੈਮਰਲ ਸਿਸਟਮ ਇਜ਼ ਅ ਫੀਚਰ ਆਫ ਵਿਚ ਆਫ ਦਾ ਫੋਲੋਇੰਗ ਫਾਰਮ ਆਫ ਗਵਰਨਮੈਂਟ? ਫੈਡਰਲ ਸਿਸਟਮ ਮੈਂ ਤੁਹਾਨੂੰ ਦੱਸਿਆ, ਜਿਸ 'ਚ ਫੈਡਰਲ ਜਿੱਥੇ ਸਿਸਟਮ ਹੁੰਦਾ ਉੱਥੇ ਬਾਈਕੈਮਰਲ ਸਿਸਟਮ ਹੁੰਦਾ ਹੈ। ਠੀਕ ਹੈ। ਇੱਕ ਸੈਂਟਰ ਹੁੰਦਾ, ਇੱਕ ਸਟੇਟ ਹੁੰਦੀ ਹੈ। ਠੀਕ ਹੈ। ਤਾਂ ਫੈਡਰਲ ਸਟਰਕਚਰ ਵਿੱਚ ਬਾਈਕੈਮਰਲ ਸਿਸਟਮ ਹੁੰਦਾ। ਵਿਚ ਉਹਦਾ ਫੋਲੋਇੰਗ ਹੈਜ਼ ਅ ਫੀਚਰ ਆਫ ਡਿਊ ਸਿਟੀਜ਼ਨਸ਼ਿਪ? ਫੈਡਰਲ ਗਵਰਨਮੈਂਟ ਵਿੱਚ ਜਿਵੇਂ ਕਿ US ਵਿੱਚ ਹੈ, ਠੀਕ ਹੈ, ਉੱਥੇ ਕੀ ਹੈ, ਇੱਕ ਸੈਂਟਰ ਵੀ ਹੈ, ਠੀਕ ਹੈ, ਤੇ ਇੱਕ ਸਟੇਟ ਵੀ ਨੇ। ਉਹ ਸਟੇਟ ਨੂੰ ਪ੍ਰੋਵਿੰਸ ਕਿਹਾ ਜਾਂਦਾ ਹੈ। ਠੀਕ ਹੈ। ਪ੍ਰੋਵਿੰਸ ਦੀ ਵੀ ਅਲੱਗ ਸਿਟੀਜ਼ਨਸ਼ਿਪ ਹੁੰਦੀ ਹੈ ਤੇ ਪੂਰੀ ਕੰਟਰੀ ਦੀ ਵੀ ਅਲੱਗ ਸਿਟੀਜ਼ਨਸ਼ਿਪ ਹੁੰਦੀ ਹੈ। ਠੀਕ ਹੈ। ਤਾਂ ਕਰਕੇ ਉਸ ਨੂੰ ਕਿਹਾ ਜਾਂਦਾ ਡਿਊਲ ਸਿਟੀਜ਼ਨਸ਼ਿਪ। ਫੈਡਰਲ ਕੌਨਸਟੀਟਿਊਸ਼ਨ ਇਜ਼ ਕੁਐਸੀ ਫੈਡਰਲ ਹੈ। ਠੀਕ ਹੈ ਜੀ। ਦਾ ਡੈਕਲੇਰੇਸ਼ਨ ਦੈਟ ਡੈਮੋਕ੍ਰੇਸੀ ਇਜ਼ ਗਵਰਨਮੈਂਟ ਆਫ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ। ਇਹ ਬਹੁਤ ਇੰਪੋਰਟੈਂਟ ਲਾਈਨ ਹੈ। ਕਿਹਨੇ ਕਹੀ ਸੀ? ਅਬਰਾਹਮ ਲਿੰਕਨ ਨੇ ਕਹੀ ਸੀਗੀ। ਰੂਲ ਆਫ ਲਾ ਬ੍ਰਿਟੇਨ ਤੋਂ ਆਪਾਂ ਨੇ ਲਿਆ। ਠੀਕ ਹੈ। ਵੇਅਰ ਇਜ਼ ਦਾ ਵਰਡ ਫੈਡਰਲ ਯੂਜ਼ਡ ਇਨ ਦਾ ਕੌਨਸਟੀਟਿਊਸ਼ਨ ਆਫ ਇੰਡੀਆ? ਕਿਤੇ ਵੀ ਨਹੀਂ ਲਿਖਿਆ ਹੋਇਆ। ਠੀਕ ਹੈ। ਉਸ ਤੋਂ ਬਾਅਦ ਬਜਟ ਕਿਹਦੇ ਦੌਰਾਨ? ਵਾਇਸਰਾਇਲਟੀ ਦੇ ਦੌਰਾਨ ਆਪਾਂ ਇੰਟਰੋਡਿਊਸ ਕੀਤਾ ਸੀ, ਕੈਨਿੰਗ ਦੇ ਦੌਰਾਨ। ਠੀਕ ਹੈ। ਫ੍ਰੈਂਚ ਰੈਵੋਲੂਸ਼ਨ ਵਿੱਚ ਉਹਦਾ ਫੋਲੋਇੰਗ ਵਾਜ਼ ਦਾ ਪੋਪੂਲਰ ਸਲੋਗਨ ਆਫ ਫ੍ਰੈਂਚ ਰੈਵੋਲੂਸ਼ਨ? ਇਹ ਆਪਾਂ ਲੈਤਾ। ਦੇਖੋ ਲਿਬਰਟੀ, ਇਕੁਅਲਿਟੀ, ਫ੍ਰੈਟਰਨਿਟੀ ਕਿੱਥੇ ਸੀਗਾ? ਪ੍ਰੈਂਬਲ ਵਿੱਚ ਸੀਗਾ। ਠੀਕ ਹੈ। ਹੂ ਅਮੰਗ ਦਾ ਫੋਲੋਇੰਗ ਪ੍ਰਪੋਜ਼ ਦਾ ਸੁਜੈਸ਼ਨ ਫॉर ਅ ਕੰਸਟੀਟਿਊਐਂਟ ਅਸੈਂਬਲੀ ਫਸਟ ਇਨ 1935? MN ਰॉय ਨੇ ਪ੍ਰਪੋਜ਼ ਕੀਤਾ ਸੀਗਾ। ਠੀਕ ਹੈ। ਹੂ ਪ੍ਰੈਜ਼ਾਈਡਡ ਓਵਰ ਦਾ ਫਸਟ ਮੀਟਿੰਗ ਆਫ ਇੰਡੀਅਨ ਕੰਸਟੀਟਿਊਟ ਅਸੈਂਬਲੀ? ਸਚਿਦਾਨੰਦ ਸੈਨਾ। ਠੀਕ ਹੈ। ਹੂ ਕੰਸੀਡਰਡ ਐਜ਼ ਦਾ ਮੇਕਰ ਆਫ ਦਾ ਕੰਸਟੀਟਿਊਸ਼ਨ ਆਫ ਇੰਡੀਆ? ਡਾਕਟਰ BR ਅੰਬੇਦਕਰ ਨੂੰ ਕਿਹਾ ਗਿਆ ਹੈ। ਠੀਕ ਹੈ। ਵਿਚ ਉਹਦਾ ਫੋਲੋਇੰਗ ਵਾਜ਼ ਨੋਟ ਅ ਮੈਂਬਰ ਆਫ ਦਾ ਡਰਾਫਟਿੰਗ ਕਮੇਟੀ ਆਫ ਦਾ ਕੌਨਸਟੀਟਿਊਸ਼ਨ? ਰਜਿੰਦਰ ਪ੍ਰਸਾਦ ਜੀ ਉਹਦੇ ਮੈਂਬਰ ਨਹੀਂ ਸੀਗੇ। ਠੀਕ ਹੈ। ਉਸ ਤੋਂ ਬਾਅਦ ਹੂ ਅਮੰਗ ਦਾ ਫੋਲੋਇੰਗ ਵਾਜ਼ ਨੋਟ ਅ ਮੈਂਬਰ ਆਫ ਦਾ ਕੰਸਟੀਟਿਊਐਂਟ ਅਸੈਂਬਲੀ? ਇਹ ਤੁਸੀਂ ਮੈਂਬਰਾਂ ਦੇ ਨਾਮ ਯਾਦ ਕਰ ਲੈਣੇ ਨੇ। ਠੀਕ ਹੈ। ਉਹਦੇ ਰਿਲੇਟਡ ਵੀ ਕੁਐਸਚਨ ਬਣਦਾ ਹੈ। ਆਈਡੀਆਜ਼ ਆਫ ਵੈਲਫੇਅਰ ਆਫ ਦਾ ਸਟੇਟ? ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਹੈ। ਠੀਕ ਹੈ। ਵਿਚ ਪਾਰਟ ਆਫ ਦਾ ਕੌਨਸਟੀਟਿਊਸ਼ਨ ਇੰਡੀਆ ਇਨਸ਼ੋਰਸ ਦਾ ਸੋਸ਼ਲ ਐਂਡ ਇਕਨੋਮਿਕ ਡੈਮੋਕ੍ਰੇਸੀ? ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਹੈ ਜਿਹੜਾ, ਉਹਦੇ ਬਾਰੇ ਗੱਲ ਕਰਦਾ ਹੈ। ਇਫ ਦਾ ਡਾਇਰੈਕਟਿਵ ਪ੍ਰਿੰਸੀਪਲਸ ਵੁੱਡ ਹੈਵ ਨਾਟ ਬੀਨ ਇਨਫੋਰਸਡ ਬਾਏ ਦਾ ਗਵਰਨਮੈਂਟ, ਵੇਅਰ ਕੈਨ ਦਾ ਸਿਟੀਜ਼ਨ ਗੋ? ਕਿਤੇ ਵੀ ਨਹੀਂ ਜਾ ਸਕਦਾ ਅਗਰ ਉਹ ਇਨਫੋਰਸ ਨਾ ਕੀਤੀਆਂ ਜਾਣ। ਠੀਕ ਹੈ। ਫੰਡਾਮੈਂਟਲ ਰਾਈਟ ਦਾ ਤਾਂ ਲੀਗਲ ਸੈਂਕਸ਼ਨ ਹੈਗਾ, ਪਰ DPSP ਦਾ ਨਹੀਂ ਹੈਗਾ। ਠੀਕ ਹੈ ਜੀ। ਹੂ ਮੇਡ ਦਿਸ ਸਟੇਟਮੈਂਟ ਦੈਟ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ ਆਰ ਲਾਈਕ ਬੈਂਕ ਚੈੱਕ ਹੂਜ਼ ਪੇਮੈਂਟ ਇਜ਼ ਡਨ ਬਾਈ ਬੈਂਕ ਐਟ ਇਟਸ ਓਨ ਵਾਲ? KT ਸ਼ਾਹ ਨੇ ਕਹੀ ਸੀਗੀ ਇਹ ਸਟੇਟਮੈਂਟ। ਠੀਕ ਹੈ। ਉਸ ਤੋਂ ਬਾਅਦ ਪੰਚਾਇਤੀ ਰਾਜ ਦਾ ਵਿਚ ਆਰਟੀਕਲ ਆਫ ਇੰਡੀਅਨ ਕੰਸਟੀਟਿਊਸ਼ਨ ਪ੍ਰੋਵਾਈਡ ਦਾ ਇੰਸਟੀਟਿਊਸ਼ਨ ਆਫ ਪੰਚਾਇਤੀ ਰਾਜ? ਆਰਟੀਕਲ 40 ਤੁਸੀਂ ਯਾਦ ਰੱਖਿਓ। ਠੀਕ ਹੈ। 42nd ਜਿਹੜੀ ਅਮੈਂਡਮੈਂਟ ਐਕਟ ਸੀਗੀ, ਵਿਚ ਕੰਸਟੀਟਿਊਸ਼ਨ ਅਮੈਂਡਮੈਂਟ ਐਕਟ ਹੈਜ਼ ਮੇਡ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ ਮੋਰ ਇੰਪੋਰਟੈਂਟ ਦੈਨ ਫੰਡਾਮੈਂਟਲ ਰਾਈਟ? ਠੀਕ ਹੈ। ਇਹ ਵੀ ਆ ਸਕਦਾ। ਤਾਂ ਇਹ 42nd ਸੀਗੀ। ਹੁਣ ਦੇਖੋ ਪ੍ਰੈਂਬਲ ਵਿੱਚ ਕਿਹੜੀ ਚੀਜ਼ ਮੈਂ ਤੁਹਾਨੂੰ ਦੱਸਿਆ ਸੀ? ਸੋਵਰਨ, ਸੋਸ਼ਲਿਸਟਿਕ, ਸੈਕੂਲਰ, ਡੈਮੋਕ੍ਰੈਟਿਕ, ਰਿਪਬਲਿਕ। ਸੀ ਆਨਸਰ ਹੈਗਾ। ਵੀ ਕਿਹਨੂੰ ਸਟੈਂਡ ਕਰਦਾ? ਪੀਪਲ ਆਫ ਇੰਡੀਆ ਨੂੰ।
ਠੀਕ ਹੈ। 8th ਸ਼ਡਿਊਲ ਵਿੱਚ ਕਿੰਨੀ ਲੈਂਗੁਏਜ ਨੇ? 22 ਲੈਂਗੁਏਜ ਨੇ। ਠੀਕ ਹੈ। ਪੰਚਾਇਤੀ ਰਾਜ ਕਿਹੜੀ ਕਮੇਟੀ ਨੇ ਰਿਕਮੈਂਡ ਕੀਤਾ ਸੀਗਾ? ਬਲਵੰਤ ਰਾਏ ਕਮੇਟੀ ਨੇ। ਤਾਂ ਇਹ ਵੀ ਤੁਸੀਂ ਯਾਦ ਰੱਖਣਾ। 3 ਟਾਇਰ ਪੰਚਾਇਤੀ ਰਾਜ, ਟਾਈਗਰ ਨਹੀਂ, 3 ਟਾਇਰ ਹੈ ਇਹ। ਪੰਚਾਇਤੀ ਰਾਜ ਸਿਸਟਮ ਇੰਕਲੂਡ, ਇੱਕ ਦੇਖਿਆ ਮੈਂ ਤੁਹਾਨੂੰ ਦੱਸਿਆ ਸੀ, ਵਿਲੇਜ ਲੈਵਲ ਪੰਚਾਇਤ, ਬਲੋਕ ਲੈਵਲ ਪੰਚਾਇਤ ਤੇ ਡਿਸਟ੍ਰਿਕਟ ਲੈਵਲ ਪੰਚਾਇਤ। ਠੀਕ ਹੈ। ਇਹ ਪੰਚਾਇਤੀ ਰਾਜ ਵਿੱਚ ਜਿਹੜੇ ਨੀਚੇ ਵਾਲੇ ਬੰਦਿਆਂ ਨੂੰ ਪਾਵਰ ਦਿੱਤੀ ਗਈ ਸੀਗੀ, ਤਾਂ ਉਹ ਪਾਵਰ ਜਿਹੜੀ ਵਿਲੇਜ ਲੈਵਲ ਤੇ ਸੀ, ਬਲੋਕ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਸੀਗੀ। ਠੀਕ ਹੈ। ਸਭ ਤੋਂ ਪਹਿਲਾਂ ਇਹ ਕਿੱਥੇ ਇੰਪਲੀਮੈਂਟ ਕੀਤਾ ਗਿਆ ਸੀ? ਆਂਧਰਾ ਪ੍ਰਦੇਸ਼ ਤੇ ਰਾਜਸਥਾਨ 'ਚ ਇੰਪਲੀਮੈਂਟ ਕੀਤਾ ਗਿਆ ਸੀਗਾ। ਠੀਕ ਹੈ। ਇਹ ਸੀਗਾ ਪੂਰਾ ਕੌਂਸਟੀਟਿਊਸ਼ਨ ਬਾਰੇ, ਉਹਦੇ ਇੰਪੋਰਟੈਂਟ ਕੁਐਸਚਨ, ਸਾਰਾ ਕੁਝ ਮੈंने ਇਹ ਵੀਡੀਓ ਵਿੱਚ ਐਕਸਪਲੇਨ ਕਰਤਾ ਤੁਹਾਨੂੰ। ਚਲੋ ਪੜ੍ਹੋ ਤੇ ਖੁਸ਼ ਰਹੋ। ਥੈਂਕ ਯੂ।